ਨੈਕਸਟ ਬੇਟਾ ਜਿਹੜਾ ਸਾਡਾ ਟੌਪਿਕ ਹੈ ਉਹ ਹੈ ਕੈਬਨਿਟ ਮਿਸ਼ਨ ਪਲਾਨ। ਜਦੋਂ ਅਸੀਂ ਕੈਬਨਿਟ ਮਿਸ਼ਨ ਪਲਾਨ ਦੀ ਗੱਲ ਕਰਦੇ ਹਾਂ, ਜੁਲਾਈ 1945 'ਚ ਕੈਬਨਿਟ ਮਿਸ਼ਨ ਪਲਾਨ ਸਾਹਮਣੇ ਆਉਂਦਾ, ਤਾਂ ਉਸੇ ਅਸੀਂ ਬੈਕਗਰਾਊਂਡ ਦਾ ਬੇਸਿਕ ਜਿਹੜੀ ਕਾਰਨ ਹੈ ਉਹ ਇਹ ਹੈਗਾ ਕਿ ਆਫਟਰ ਦਾ ਸੈਕੰਡ ਵਰਲਡ ਵਾਰ ਜਦੋਂ ਸ਼ੁਰੂ ਹੋ ਗਈ ਤਾਂ ਅੰਗਰੇਜ਼ਾਂ ਨੇ ਇੱਕ ਕੋਸ਼ਿਸ਼ ਕੀਤੀ ਸੈਕੰਡ ਵਰਲਡ ਵਾਰ ਦੇ ਸ਼ੁਰੂ ਹੋਣ ਤੋਂ ਬਾਅਦ ਕਿ ਕਿਸੇ ਤਰੀਕੇ ਦੇ ਨਾਲ ਹਿੰਦੁਸਤਾਨੀਆਂ ਦੇ ਨਾਲ ਡੈਡ ਲੋਕ ਨੂੰ ਤੋੜਿਆ ਜਾ ਸਕੇ, ਔਰ ਇਸ ਕਰਕੇ ਕਿ ਹਿੰਦੁਸਤਾਨੀਆਂ ਨਾਲ ਗੱਲਬਾਤ ਸ਼ੁਰੂ ਕੀਤੀ ਗਈ। ਅੰਗਰੇਜ਼ਾਂ 'ਤੇ ਪ੍ਰੈਸ਼ਰ ਸੀਗਾ, ਵਿੰਸਟਨ ਚਰਚਿਲ 'ਤੇ ਪ੍ਰੈਸ਼ਰ ਸੀਗਾ। ਅਸੀਂ ਪੜ੍ਹ ਚੁੱਕੇ ਹਾਂ ਕਿ ਅਮਰੀਕਨ ਪ੍ਰੈਜ਼ੀਡੈਂਟ ਰੂਸਵੈਲਟ ਨੇ ਉਹਦੇ 'ਤੇ ਪ੍ਰੈਸ਼ਰ ਪਾਇਆ, ਔਰ ਕਿਉਂਕਿ 1942-43 ਦੇ ਵਿੱਚ ਜਾਪਾਨ ਤੇਜ਼ੀ ਨਾਲ ਵੱਧ ਰਿਹਾ ਸੀਗਾ, ਇਸ ਕਰਕੇ ਸਰ ਸਟੈਫਰਡ ਕ੍ਰਿਪਸ ਨੂੰ ਭੇਜਿਆ ਗਿਆ ਕਿ ਉਹ ਜਾ ਕੇ ਹਿੰਦੁਸਤਾਨੀਆਂ ਨਾਲ ਗੱਲਬਾਤ ਕਰਕੇ ਗੱਲ ਨੂੰ ਸਿਰੇ ਚੜਾਏ। ਲੇਕਿਨ ਉਹ ਕ੍ਰਿਪਸ ਪ੍ਰਪੋਜ਼ਲ ਜਿਹੜੀਆਂ ਸੀਗੀਆਂ ਉਹ ਫੇਲ ਹੋ ਗਈਆਂ। ਉਸ ਤੋਂ ਬਾਅਦ ਇੱਕ ਹੋਰ ਅਟੈਂਪਟ ਕੀਤੀ ਗਈ, ਗਵਰਨਰ ਜਨਰਲ ਲਾਰਡ ਵੇਵਲ ਨੇ ਕੀਤੀ। ਉਹਨੇ ਬੜੇ ਜੈਨੂਨਲੀ ਕੁਝ ਚੀਜ਼ਾਂ ਸਾਹਮਣੇ ਰੱਖੀਆਂ, ਲੇਕਿਨ ਵੇਵਲ ਪਲਾਨ ਨੂੰ ਕਾਂਗਰਸ ਨੇ ਵੀ ਰਿਫਿਊਜ਼ ਕਰ ਦਿੱਤਾ ਔਰ ਮੁਸਲਿਮ ਲੀਗ ਨੇ ਵੀ ਰਿਫਿਊਜ਼ ਕਰ ਦਿੱਤਾ, ਔਰ ਜਿਸ ਕਰਕੇ ਸ਼ਿਮਲਾ ਕਾਨਫਰੰਸ ਦੇ ਵਿੱਚ ਜਿਹੜੀ ਗੱਲਬਾਤ ਹੋਈ ਉਹ ਸਿਰੇ ਨਹੀਂ ਚੜ੍ਹ ਸਕੀ, ਔਰ ਇਸ ਕਰਕੇ ਉਹ ਡੈਡਲੋਕ ਜਿਹੜਾ ਸੀ ਉਹ ਤੋੜਿਆ ਨਹੀਂ ਜਾ ਸਕਿਆ। ਇਸ ਕਰਕੇ ਹੁਣ ਜ਼ਰੂਰਤ ਹੋਈ ਕਿ ਇਸ ਡੈਡਲੋਕ ਨੂੰ ਖਤਮ ਕੀਤਾ ਜਾਏ, ਔਰ 3 ਵਿਅਕਤੀਆਂ ਦਾ ਇੱਕ ਡੈਪੂਟੇਸ਼ਨ, ਲਾਰਡ ਪੈਥਿਕ, ਸਰ ਸਟੈਫਰਡ ਕ੍ਰਿਪਸ ਤੇ ਮਿਸਟਰ ਅਲੈਗਜ਼ੈਂਡਰ, ਇਹ ਇੱਕ ਡੈਪੂਟੇਸ਼ਨ ਨੇ ਇੱਕ ਪਲਾਨ ਤਿਆਰ ਕੀਤਾ ਜਿਸ ਨੂੰ ਕੈਬਨਿਟ ਮਿਸ਼ਨ ਪਲਾਨ ਕਿਹਾ ਜਾਂਦਾ, ਔਰ ਉਹਨਾਂ ਨੇ ਇਸ ਪ੍ਰਪੋਜ਼ਲਸ ਨੂੰ ਤਿਆਰ ਕਰਨ ਤੋਂ ਪਹਿਲਾਂ ਹਿੰਦੁਸਤਾਨ ਦੀਆਂ ਵੱਖ-ਵੱਖ ਪਾਰਟੀਆਂ ਦੇ 472 ਲੀਡਰਸ ਦੇ ਨਾਲ ਗੱਲਬਾਤ ਕੀਤੀ। ਕਾਂਗਰਸ ਦੇ ਵੀ ਸੀ, ਮੁਸਲਿਮ ਲੀਗ ਦੇ ਵੀ ਸੀਗੇ, ਕਮਿਸ਼ਨ ਦੇ ਵੀ ਸੀਗੇ, ਵਾਇਸਰਾਏ ਨੂੰ ਵੀ ਮਿਲੇ, ਔਰ ਸ਼ਿਮਲੇ ਦੇ ਅੰਦਰ ਮਈ 2, 1946 ਤੋਂ ਲੈ ਕੇ ਮਈ 12, 1946 ਤੱਕ ਉਹਨਾਂ ਨੇ ਬੇਟਾ ਗੱਲਬਾਤ ਕੀਤੀ, ਔਰ ਮਈ 16, 1946 ਨੂੰ ਮਿਸਟਰ ਐਟਲੀ ਨੇ ਜਿਹੜਾ ਅਨਾਊਂਸ ਕੀਤਾ ਇਸ ਕੈਬਨਿਟ ਮਿਸ਼ਨ ਪਲਾਨ ਨੂੰ। ਹਾਊਸ ਆਫ ਕਾਮਨਸ ਜਿਹੜਾ ਇੰਗਲੈਂਡ ਦੇ ਵਿੱਚ ਸੀਗਾ, ਯਾਨੀ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਇਸ ਨੂੰ ਅਨਾਊਂਸ ਕੀਤਾ ਗਿਆ, ਔਰ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਬੇਟਾ ਇਸ ਨੂੰ ਅਨਾਊਂਸ ਕੀਤਾ ਗਿਆ ਕੈਬਨਿਟ ਮਿਸ਼ਨ ਪਲਾਨ ਨੂੰ ਮਈ 16, 1946 ਨੂੰ, ਔਰ ਉਸ ਤੋਂ ਬਾਅਦ ਜੂਨ 16, 1946 ਨੂੰ ਉਹਦੇ ਪ੍ਰੋਸੀਜਰਸ ਸੰਬੰਧੀ ਡਿਟੇਲਸ ਜਿਹੜੀਆਂ ਸੀਗੀਆਂ ਉਹ ਡਿਕਲੇਅਰ ਕੀਤੀਆਂ ਗਈਆਂ। ਤੋ ਇਸ ਤਰੀਕੇ ਦੇ ਨਾਲ ਲਗਭਗ 1 ਸਾਲ ਦੀ ਮਿਹਨਤ ਤੋਂ ਬਾਅਦ ਇਹ ਕੈਬਨਿਟ ਮਿਸ਼ਨ ਪਲਾਨ ਸਾਹਮਣੇ ਆਇਆ। ਹੁਣ ਅਸੀਂ ਦੇਖਣਾ ਇਹ ਹੈ ਕਿ ਇਸ ਕੈਬਨਿਟ ਮਿਸ਼ਨ ਪਲਾਨ ਦੇ ਵਿੱਚ ਕੀ ਪ੍ਰੋਵੀਜ਼ਨਸ ਰੱਖੀਆਂ ਗਈਆਂ। ਨੰਬਰ 1, ਇਹਨੂੰ 3 ਹਿੱਸਿਆਂ 'ਚ ਪੜ੍ਹਾਂਗੇ। ਨੰਬਰ 1, ਜਿਹੜੀਆਂ ਪਾਕਿਸਤਾਨ ਦੀ ਡਿਮਾਂਡ ਇੰਡੀਅਨ ਮੁਸਲਿਮ ਲੀਗ ਕਰ ਰਹੀ ਸੀਗੀ ਉਸ ਸੰਬੰਧ ਦੇ ਵਿੱਚ, ਤੋ ਯਾਨੀ ਅਸੀਂ ਫਿਰ ਤੋਂ ਦੁਹਰਾ ਦੇਣਾ ਕਿ ਕੈਬਨਿਟ ਮਿਸ਼ਨ ਪਲਾਨ ਦੀਆਂ ਜੋ ਪ੍ਰਪੋਜ਼ਲਸ ਨੇ ਉਹਨੂੰ ਅਸੀਂ 3 ਹਿੱਸਿਆਂ ਦੇ ਵਿੱਚ ਪੜ੍ਹਾਂਗੇ। ਬੇਟਾ ਤੁਸੀਂ ਕੈਮਰਾ ਜ਼ੋਨ ਕਰ ਲਓ ਆਪਣੇ ਬੱਚਿਓ। ਉਹਨੂੰ ਪਹਿਲਾਂ ਅਸੀਂ ਦੇਖਾਂਗੇ ਕਿਉਂਕਿ ਕ੍ਰਿਪਸ ਪ੍ਰਪੋਜ਼ਲਸ ਦੇ ਫੇਲ ਹੋਣ ਦਾ ਔਰ ਵੇਵਲ ਪਲਾਨ ਦੇ ਫੇਲ ਹੋਣ ਦਾ ਪ੍ਰਮੁੱਖ ਕਾਰਨ ਕੀ ਸੀਗਾ ਕਿ ਇੰਡੀਅਨ ਮੁਸਲਿਮ ਲੀਗ ਨੇ ਇਸ ਕਰਕੇ ਰਿਜੈਕਟ ਕੀਤੀ ਸੀ ਕਿ ਉਹਦੇ 'ਚ ਤੁਸੀਂ ਮੁਸਲਮਾਨਾਂ ਨੂੰ ਜੋ ਸਪੈਸ਼ਲ ਰਾਈਟਸ ਨੇ ਉਹ ਨਹੀਂ ਦੇ ਰਹੇ, ਉਹਨਾਂ ਲਈ ਪਾਕਿਸਤਾਨ ਦੀ ਡਿਮਾਂਡ ਨੂੰ ਐਕਸੈਪਟ ਨਹੀਂ ਕੀਤਾ ਜਾ ਰਿਹਾ। ਔਰ ਇਸ ਕਰਕੇ ਅਸੀਂ ਪਹਿਲਾਂ ਇਹ ਦੇਖਣਾ ਕਿ ਕੈਬਨਿਟ ਮਿਸ਼ਨ ਪਲਾਨ ਇੰਡੀਅਨ ਮੁਸਲਿਮ ਲੀਗ ਦੀ ਇਸ ਡਿਮਾਂਡ ਨੂੰ ਕਿੱਦਾਂ ਦੇਖਦਾ ਹੈ, ਕਿੱਦਾਂ ਐਕਸੈਪਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਸ ਸੰਬੰਧ ਦੇ ਵਿੱਚ ਇਹ ਕੀ ਕਹਿੰਦੇ ਆ, ਉਹ ਕਹਿੰਦੇ ਆ ਕਿ ਜਦੋਂ ਇੱਕ ਸੰਵਿਧਾਨ ਬਣਾਇਆ ਜਾਏਗਾ ਤਾਂ ਸੰਵਿਧਾਨ ਬਣਾਉਣ ਲਈ ਇੱਕ ਕੌਂਸਟੀਚੂਐਂਟ ਅਸੈਂਬਲੀ ਬਣੇਗੀ ਜਿਹਦੇ 'ਚ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਮਨ ਕੇ ਰਿਪਰੈਜ਼ੈਂਟੇਟਿਵਸ ਹੋਣਗੇ, ਪ੍ਰਤੀਨਿਧੀ ਹੋਣਗੇ, ਔਰ ਉਹ ਜਿਹੜੇ 389 ਮੈਂਬਰ ਉਹਦੇ 'ਚ ਹੋਣਗੇ 389, ਜਿਨ੍ਹਾਂ ਵਿੱਚੋਂ 296 ਜਿਹੜੇ ਇਲਾਕੇ ਸਿੱਧੇ ਅੰਗਰੇਜ਼ਾਂ ਦੇ ਅਧੀਨ ਨੇ, ਪ੍ਰੋਵਿੰਸਿਸ ਨੇ, ਉਹਨਾਂ ਵਿੱਚੋਂ ਚੁਣੇ ਜਾਣਗੇ, ਔਰ ਲਗਭਗ 93 ਜਿਹੜੇ ਨੇ ਉਹ ਜਿਹੜੀਆਂ ਇੰਡੀਅਨ ਸਟੇਟਸ ਨੇ, ਰਿਆਸਤਾਂ ਨੇ, ਉਹਨਾਂ ਵਿੱਚੋਂ ਚੁਣੇ ਜਾਣਗੇ। ਤੋ ਟੋਟਲ ਦੇਰ ਵਿਲ ਬੀ 389 ਮੈਂਬਰਸ। ਨੰਬਰ 2, ਜਿਹੜੀਆਂ ਉਹ ਸੀਟਾਂ ਹੋਣਗੀਆਂ 389 ਜਿਹਦੀ ਅਸੀਂ ਗੱਲ ਕਰਦੇ ਹਾਂ, ਉਹਨਾਂ ਦੀ ਪ੍ਰਪੋਰਸ਼ਨੇਟ ਵੰਡ ਹੋਏਗੀ। ਪ੍ਰਪੋਰਸ਼ਨੇਟ ਵੰਡ ਦਾ ਮਤਲਬ ਹੈ ਕਿ ਜਿੰਨਾ
ਪਾਪੂਲੇਸ਼ਨ ਦਾ ਬੇਸ ਕਿਸੇ ਕਮਿਊਨਿਟੀ ਦਾ ਹੋਏਗਾ, ਉਨਾ ਹੀ ਉਹਦੀ ਰਿਪਰੈਜ਼ੈਂਟੇਸ਼ਨ ਇਸ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਹੋਏਗੀ। ਔਰ ਉਹਦੇ 'ਚ ਤਿੰਨ ਮੇਨ ਕਮਿਊਨਿਟੀਜ਼ ਨੂੰ ਰੱਖਿਆ ਜਾਏਗਾ, ਜਨਰਲ, ਮੁਸਲਿਮਸ ਐਂਡ ਸਿੱਖਸ। ਔਰ ਇਹਨਾਂ ਵਿੱਚੋਂ ਹਰ ਇੱਕ ਕਮਿਊਨਿਟੀ ਦਾ ਰਿਪਰੈਜ਼ੈਂਟੇਟਿਵ ਉਸ ਕਮਿਊਨਿਟੀ ਵਿੱਚੋਂ ਰਿਪਰੈਜ਼ੈਂਟ ਹੋਏਗਾ ਪ੍ਰੋਵਿੰਸ਼ੀਅਲ ਲੈਜਿਸਲੇਟਿਵ ਅਸੈਂਬਲੀ 'ਚ। ਔਰ ਉਸ ਤੋਂ ਬਾਅਦ ਜਿਹੜੀਆਂ ਸਟੇਟਾਂ ਨੂੰ ਦਿੱਤੀਆਂ ਜਾਣਗੀਆਂ ਉਹਨਾਂ ਦੀ ਪਾਪੂਲੇਸ਼ਨ ਦਾ ਜਿਹੜਾ ਆਧਾਰ ਵੀ ਉਹੀ ਬਣਾਇਆ ਜਾਏਗਾ। ਤੋ ਇਸ ਤਰੀਕੇ ਦੇ ਨਾਲ ਇਹ ਇੱਕ ਚੀਜ਼ ਐਕਸੈਪਟ ਕੀਤੀ ਗਈ ਸੰਵਿਧਾਨ ਨੂੰ ਬਣਾਉਣ ਦੇ ਸੰਬੰਧ ਵਿੱਚ। ਦੂਜੀ ਗੱਲ, ਜਿਹੜੇ ਵੀ ਪ੍ਰਤੀਨਿਧੀ ਚੁਣੇ ਜਾਣਗੇ ਉਹ ਨਵੀਂ ਦਿੱਲੀ 'ਚ ਮਿਲਣਗੇ ਸੰਵਿਧਾਨ ਬਣਾਉਣ ਦੇ ਲਈ, ਇੱਕ ਕਮੇਟੀ ਨੂੰ ਬਣਾਉਣ ਦੇ ਲਈ। ਫਿਰ ਉਹ ਆਪਸ ਦੇ ਵਿੱਚ ਡਿਸਾਈਡ ਕਰਨਗੇ ਕਿ ਕਿਸ ਤਰੀਕੇ ਦੇ ਨਾਲ ਸੰਵਿਧਾਨ ਦੀ ਰੂਪ ਰੇਖਾ ਨੂੰ ਅਸੀਂ ਤਿਆਰ ਕਰਨਾ ਹੈ, ਯਾਨੀ ਉਹਦੇ 'ਚ ਵੀ ਸਰਕਾਰੀ ਦਖਲ ਨਹੀਂ ਹੋਏਗਾ। ਨੰਬਰ 3, ਜਦੋਂ ਉਹਨਾਂ ਦੀਆਂ ਆਪਸੀ ਗੱਲਾਂ ਬਾਤਾਂ ਹੋ ਜਾਣਗੀਆਂ, ਗਰੁੱਪ ਕਨਸਟੀਟਿਊਸ਼ਨ ਬਣ ਜਾਏਗਾ, ਤਾਂ ਫਿਰ ਉਹ ਕੇਂਦਰ ਦੇ ਸੰਵਿਧਾਨ ਨੂੰ ਬਣਾਉਣ ਦੇ ਲਈ ਜੋ ਡਿਟੇਲਸ ਤੈਅ ਕਰਨੀਆਂ ਨੇ ਉਹਨੂੰ ਤੈਅ ਕਰਨ। ਔਰ ਉਸ ਤੋਂ ਬਾਅਦ ਜਿਹੜੀਆਂ ਪਹਿਲੀਆਂ ਚੋਣਾਂ ਹੋਣਗੀਆਂ, ਉਸ ਤੋਂ ਬਾਅਦ ਇਹ ਇਟ ਵਾਸ ਟੂ ਬੀ ਓਪਨ ਟੂ ਐਨੀ ਪ੍ਰੋਵਿੰਸ, ਹਰ ਇੱਕ ਪ੍ਰਾਂਤ ਦੇ ਲਈ ਇਹ ਇੱਕ ਅਧਿਕਾਰ ਹੋਏਗਾ ਕਿ ਅਗਰ ਉਹ ਇਸ ਦੇ ਵਿੱਚ ਕਿਹੜੇ ਗਰੁੱਪ ਦੇ ਵਿੱਚ ਜਾਣਾ ਚਾਹੁੰਦਾ ਹੈ ਔਰ ਕਿਹਦੇ 'ਚੋਂ ਬਾਹਰ ਆਉਣਾ ਚਾਹੁੰਦਾ ਹੈ, ਆਪਣੇ ਪ੍ਰਾਂਤ ਦੀ ਅਸੈਂਬਲੀ 'ਚ ਵੋਟਾਂ ਪਾ ਕੇ। ਇਹ ਇੱਕ ਬੜਾ ਡਰਾਬੈਕ ਵੀ ਸੀਗਾ ਕਿ ਕੋਈ ਪ੍ਰਾਂਤ ਅਲੱਗ ਵੀ ਹੋ ਸਕਦਾ, ਜਿਹਨੂੰ ਬਾਅਦ 'ਚ ਬੜਾ ਮੁਸ਼ਕਿਲ ਨਾਲ ਕੰਟਰੋਲ ਕੀਤਾ ਗਿਆ। ਸੋ ਦਿਸ ਵਾਸ ਦਾ ਫਸਟ ਪੁਆਇੰਟ ਜਿਹਦੇ ਬੇਸਿਸ ਦੇ ਉੱਤੇ ਇਹ ਗੱਲਬਾਤ ਬੇਟਾ ਕੀਤੀ ਜਾਣੀ ਸੀ। ਮੈਂ ਇਹਨੂੰ ਇੱਕ ਵਾਰੀ ਫੇਰ ਤੋਂ ਦੁਹਰਾ ਦਿੰਦਾ ਤਾਂ ਕਿ ਸਾਰੀਆਂ ਚੀਜ਼ਾਂ ਮੈਂ ਜਿਹੜੀਆਂ ਤੁਹਾਨੂੰ ਇੱਕ ਆਊਟਲਾਈਨ ਬਰੀਫ ਕੀਤੀ ਹੈ ਉਹ ਥੋੜ੍ਹੀ ਜਿਹੀ ਕਨਫਿਊਜ਼ਨ ਵਾਲੀ ਹੈ, ਔਰ ਕਿਉਂਕਿ ਇਹ ਬੜਾ ਮੇਜਰ ਪਾਰਟ ਹੈ ਤੇ ਤੁਹਾਡੇ ਧਿਆਨ 'ਚ ਹੋਣਾ ਚਾਹੀਦਾ। ਦੁਬਾਰਾ ਸੁਣੋ ਕਿ ਫਸਟ ਪਾਰਟ ਦੇ ਵਿੱਚ ਹੈ ਕਿ ਜਿਹੜਾ ਮੁਸਲਿਮ ਲੀਗ ਦੀ ਪਾਕਿਸਤਾਨ ਦੀ ਡਿਮਾਂਡ ਹੈ ਉਹਨੂੰ ਇਹਦੇ ਵਿੱਚ ਕਿੱਦਾਂ ਐਕਸੈਪਟ ਕੀਤਾ ਗਿਆ। ਦੂਜੀ ਹੈਗੀ ਹੈ ਕਿ ਸੰਵਿਧਾਨ ਨੇ ਜਿਹਨੇ ਤਿਆਰ ਕਰਨਾ ਉਹ ਕਨਸਟੀਟਿਊਐਂਟ ਅਸੈਂਬਲੀ ਕੀ ਹੋਏਗੀ। ਔਰ ਤੀਜਾ ਹੈਗਾ ਕਿ ਜਿਹੜੀ ਸਰਕਾਰ ਇੰਟਰਮ ਬਣੇਗੀ ਇਲੈਕਸ਼ਨਾਂ ਤੋਂ ਪਹਿਲਾਂ ਉਹਦੀ ਰੂਪ ਰੇਖਾ ਕੀ ਹੋਏਗੀ। ਸਮਝ ਗਏ ਗੱਲ ਤਾਂ ਬੇਟਾ ਨਹੀਂ। ਹੁਣ ਆ ਗਿਆ ਪਹਿਲਾਂ ਪਾਕਿਸਤਾਨ ਦੀ ਡਿਮਾਂਡ ਦੇ ਨਾਲ ਸੰਬੰਧ 'ਚ ਕੈਬਨਿਟ ਮਿਸ਼ਨ ਪਲਾਨ। ਨੰਬਰ 1 ਉਹਦੇ 'ਚ ਨੋਟ ਕਰੋ ਕਿ ਇਹਦੇ ਵਿੱਚ ਇੱਕ ਲੌਂਗ ਟਰਮ ਪਲਾਨ ਤਿਆਰ ਕੀਤਾ ਗਿਆ ਕਨਸਟੀਟਿਊਸ਼ਨਲ ਸੈਟਲਮੈਂਟ ਨੂੰ ਲੈ ਕੇ, ਜਿਹਦੇ 'ਚ ਗੱਲ ਕਹੀ ਗਈ ਕਿ ਹਿੰਦੁਸਤਾਨ ਦੇ ਵਿੱਚ 3 ਟਾਇਰ ਸਿਸਟਮ ਹੋਏਗਾ, 3 ਬੇਸ ਹੋਣਗੇ। ਕੇਂਦਰ ਦੀ ਸਰਕਾਰ, ਨੰਬਰ 2 ਗਰੁੱਪ ਆਫ ਪ੍ਰੋਵਿੰਸਿਸ, ਜਾਨੀ ਜਿਹੜੇ ਪ੍ਰਾਂਤ ਹੋਣਗੇ ਉਹਨਾਂ ਨੂੰ ਅੱਗੋਂ 3 ਹਿੱਸਿਆਂ 'ਚ ਵੰਡਿਆ ਗਿਆ, ਇਸ ਕਰਕੇ ਉਹਦੇ 3 ਗਰੁੱਪ ਹੋਣਗੇ, ਉਹ ਆਪਾਂ ਬਾਅਦ 'ਚ ਐਕਸਪਲੇਨ ਕਰਾਂਗੇ। ਔਰ ਤੀਜਾ ਕੁਝ ਅਲੱਗ ਤੌਰ ਦੇ ਉੱਤੇ ਪ੍ਰਾਂਤ ਤੇ ਰਿਆਸਤਾਂ ਹੋਣਗੀਆਂ। ਤਾਂ ਦੇਰ ਵਿਲ ਬੀ 3 ਟਾਇਰ ਸਿਸਟਮ। ਜਿਹੜੀ ਯੂਨੀਅਨ ਹੋਏਗੀ, ਕੇਂਦਰ ਦੀ ਸਰਕਾਰ ਹੋਏਗੀ, ਉਹ ਬ੍ਰਿਟਿਸ਼ ਇੰਡੀਆ ਜਾਨੀ ਅੰਗਰੇਜ਼ਾਂ ਦੇ ਅਧੀਨ ਇਲਾਕੇ ਪਲੱਸ ਹਿੰਦੁਸਤਾਨੀ ਰਿਆਸਤਾਂ ਨੂੰ ਮਿਲਾ ਕੇ ਬਣੇਗੀ। ਔਰ ਉਹ ਟੌਪ ਤੇ ਹੋਏਗੀ, ਉਹਦੀ ਇੱਕ ਕਾਰਜਕਾਰੀ ਹੋਏਗੀ, ਇੱਕ ਉਹਦਾ ਸੰਵਿਧਾਨਿਕ ਪਾਰਟ ਹੋਏਗਾ, ਜਿਹਦੇ ਵਿੱਚ ਦੋਨਾਂ ਦੇ ਪ੍ਰਤੀਨਿਧੀ ਹੋਣਗੇ, ਬ੍ਰਿਟਿਸ਼ ਇੰਡੀਆ ਦੇ ਵੀ ਔਰ ਪਲੱਸ ਭਾਰਤੀ ਰਿਆਸਤਾਂ ਦੇ। ਔਰ ਇਹ 3 ਚੀਜ਼ਾਂ ਨੂੰ ਕੰਟਰੋਲ ਕਰੇਗੀ। ਡਿਫੈਂਸ, ਰੱਖਿਆ ਸੁਰੱਖਿਆ ਦਾ ਕੰਮ, ਕਮਿਊਨੀਕੇਸ਼ਨ ਆਦਾਨ ਪ੍ਰਦਾਨ, ਜਿਹਨੂੰ ਅਸੀਂ ਇੱਕ ਦੂਜੇ ਨਾਲ ਰਾਬਤਾ ਕਰਨਾ ਔਰ ਸਾਰੀ ਕਮਿਊਨੀਕੇਸ਼ਨ, ਔਰ ਤੀਸਰਾ ਵਿਦੇਸ਼ੀ ਮਾਮਲੇ। ਬਾਕੀ ਸਾਰੀਆਂ ਪਾਵਰਾਂ ਪ੍ਰਾਂਤਾਂ ਕੋਲੇ ਹੋਣਗੀਆਂ। ਔਰ ਜਿਹੜੇ 3 ਗਰੁੱਪ ਆਫ ਪ੍ਰੋਵਿੰਸਿਸ ਹੋਣਗੇ ਉਹ ਆਪਣੀਆਂ ਸਰਕਾਰਾਂ ਆਪਣੇ ਢੰਗ ਨਾਲ, ਆਪਣੀਆਂ ਵਿਧਾਨ ਸਭਾਵਾਂ, ਆਪਣੀਆਂ ਕਾਰਜਪਾਲਿਕਾ ਆਪਣੇ ਢੰਗ ਨਾਲ ਬਣਾਉਣ ਦੇ ਲਈ ਸੁਤੰਤਰ ਹੋਣਗੇ, ਫ੍ਰੀ ਹੋਣਗੇ। ਨੰਬਰ 2 ਪਾਕਿਸਤਾਨ ਦੀ ਡਿਮਾਂਡ ਨੂੰ ਐਕਸੈਪਟ ਕਰਦੇ ਹੋਏ ਇਹ ਗੱਲ ਕਹੀ ਗਈ ਸੀ। ਕਿੱਦਾਂ, ਉਹ ਤੁਹਾਨੂੰ ਇੱਥੋਂ ਕਲੀਅਰ ਹੋ ਜਾਏਗਾ ਵੀ ਜਿਹੜੇ 3 ਗਰੁੱਪ ਕਿਹੜੇ ਨੇ।
ਨੰਬਰ 1, ਪਹਿਲਾ ਗਰੁੱਪ ਉਹ ਹੋਏਗਾ ਜਿਹੜੀਆਂ 6 ਸਟੇਟਾਂ ਦੇ ਵਿੱਚ ਹਿੰਦੂਆਂ ਦੀ ਸੰਖਿਆ ਜ਼ਿਆਦਾ ਹੈ। दैट इज ग्रुप ए, मद्रास, बॉम्बे, यूनाइटेड प्रोविंस, सेंट्रल प्रोविंस, बिहार, उड़ीसा। नंबर 2, जिथे मुस्लिम्स की मेजोरिटी ज़्यादा है, नॉर्थ वेस्ट मुस्लिम मेजोरिटी प्रांत पंजाब, नॉर्थ वेस्ट फ्रंटियर पाकिस्तान प्रोविंस कहते सी उन्होंने उदों, ते सिंध। और तीसरा सैक्शन सी, जिहदे विच एक वड्डी गिनती मुस्लिम्स की है, उहदे च 2 इलाके सन, बंगाल अते असाम। तो जानी हिंदुस्तान दे विच अंग्रेज़ां दा जो राज सी उहनूं इन्हां 3 हिस्सिਆਂ ਦੇ ਵਿੱਚ ਵੰਡ ਦਿੱਤਾ ਗਿਆ। तो क्लीयर तौर के उत्ते मुस्लिम मेजोरिटी एरियाज़ नूं अलग किया गया, ये दिखाने लई कि तुहानूं असीं अलग एरिया दे रहे हैगे आ, तुहाडी उस डिमांड नूं मान रहे हैं जिहदे च मुसलमानां दी अपनी मेजोरिटी है, उत्थे वो अपनी सरकारां बना सकते हैं। समझ आ गई बेटा गल? उस तो बाद है भी जिहड़े प्रांत इंडिविजुअल सन वो अपनी सरकार अलग बना सकते सी और उन्होंने भी उस तरीके के अधिकार मिलने सन। तो पहला तो बेटा जी केंद्र की सरकार और थले ढांचा सीगा उहदी असीं गल कीती है भी वो किस ढंग दे नाल होनी सी। दूजा है कि जिहड़े हुण सरकारां बनन दे लई संविधान चाहिए उहदी रूपरेखा जिन्हों मैं थोड़ा जिहा जिक्र पहलां कीता है कि 389 मैंबर होने सीगे 296 प्रोविंसिस चों 89 जिहड़े आ वो सॉरी 93 जिहड़े आ वो प्रांतां चों। और सीटां की जिहड़ी गिनती है वो पापूलेशन के आधार पर निश्चित की जानी सी, जनरल मुस्लिम्स एंड सिख्स दे विच। और हर कम्यूनिटी ने अपने प्रतिनिधि नूं चुन के भेजना सी। स्टेटां दे विचों भी जिहड़ियां रियासतां सन उहनां विचों भी इसे ढंग दे नाल प्रतिनिधि चुन के आने सन। और अगली गल उहदे च की है जिहड़ी असीं ऑलरेडी डिस्कस कीती है कि ये सारे रिप्रजेंटेटिव्स इकट्ठे होणगे, आपस में ग्रुप डिस्कशनस करनगे, कॉन्स्टिट्यूशनल फ्रेमवर्क तय करनगे, फिर उस कॉन्स्टिट्यूशन दी डिटेल्स तय करनगे और उस तो बाद इलैक्शनस करवाए जाएंगे और इलैक्शनस करवाउण तो बाद हर व्यक्ति किहड़े ग्रुप दे विच आएगा उसनूं तय कीता जाएगा। वो फ्री होणगीआं, प्रोविंसिस फ्री होणगीआं। ये बेटा सैकेंड प्रोविंस। तीसरी कि जिहड़ी उन्नी देर तक सरकार बनेगी जिहड़ा सारे काम नूं चलाएगा, कौन चलाएगा? उन्होंने कहते इंटरम गवर्नमेंट, अस्थाई सरकार, स्थाई नहीं अस्थाई सरकार, इंटरम गवर्नमेंट। और उन्होंने कहा कि एक अस्थाई सरकार हुणे स्थापित की जाए जिहड़ा हिंदुस्तान का राज प्रबंध संभालेगा, जिहदे च 14 मैंबर होणगे, 6 कांग्रेस के, 5 मुस्लिम लीग दे। दोबारा सुन लो बेटा, 14 मैंबर होंगे, ठीक है, 6 कांग्रेस के, 5 मुस्लिम लीग दे और 1 इंडियन क्रिश्चियन, 1 सिख ते 1 पारसी। 14 हो गए ना बेटा। और जिन्ने भी डिपार्टमेंट ने वो सारे इन्हां हिंदुस्तानियों वालों चलाए जाएंगे ते अंग्रेज सरकार सिर्फ इन्हां नूं सहायता ते सहयोग करेगी। ये बेटा कैबिनेट मिशन प्लान बन के आया। हुण इहदे बेटा एनालिसिस की है कि कितना क ठीक सी ते कितना क गलत सी, हालांकि इहदे मुताबिक सिस्टम अगे चलिया। नंबर 1, इस दे नाल हिंदुस्तान दे टुकड़े की गल नहीं की गई। मुसलमानों नूं स्पैशल एरियाज तो दिते गए लेकिन पाकिस्तान की गल नहीं मनी गई, अलग नहीं बनाया मुल्क। कंट्री एक रहना सी, देश एक रहना सी, देश के टुकड़े नहीं होने सन। नंबर 2, और जिहड़ी संविधान सभा बननी सी वो कॉन्स्टिट्यूशन जिन्हें बनाना सी
ਉਹਦੀ ਬੇਟਾ ਜਿਹੜੀ ਰੂਪਰੇਖਾ ਹੈ ਉਹ ਇਹ ਤੈਅ ਕੀਤੀ ਗਈ ਕਿ ਉਹ ਡੈਮੋਕ੍ਰੈਟਿਕ ਹੋਏਗੀ, ਲੋਕ ਚੁਣ ਕੇ ਆਣਗੇ, ਉਹ ਬਣਾਉਣਗੇ। ਸਰਕਾਰ ਨਹੀਂ ਤੈਅ ਕਰੇਗੀ ਵੀ ਉਹਦੇ ਵਿੱਚ ਬੰਦੇ ਕਿਹੜੇ ਹੋਣਗੇ, ਲੋਕ ਤੈਅ ਕਰਨਗੇ। ਤੀਸਰਾ, ਥਰਡ ਪੁਆਇੰਟ, ਕੋਈ ਅੰਗਰੇਜ਼ ਸਰਕਾਰ ਦੇ ਜਾਂ ਯੂਰੋਪੀਅਨ ਦੀ ਸਰਕਾਰੀ ਨੁਮਾਇੰਦਗੀ ਇਹਦੇ ਵਿੱਚ ਨਹੀਂ ਦਿਖਾਈ ਗਈ, यानी सरकारी कंट्रोल बहुत घट सी। नंबर 4, जो 1935 के कानून दे विच संप्रदायिक प्रतिनिधिता दिती गई सी वो इहदे विच नहीं दिती गई, यानी संप्रदायिकता नूं बढ़ावा नहीं दिता गया। नंबर 5, ये सरकार इंटरम सी, उस तो बाद इलैक्शनां तो बाद नवीं सरकार बननी सी। और लास्ट गल बेटा जी बड़ी इंपोर्टेंट है ये कि संविधानिक सभा नूं प्रमुखता दी गई भी जो वो तय करेगी उहदे मुताबिक अगलियां चोणां होणगियां। समझ आ गई बेटा गल। नैक्सट पार्ट, हुण इहदियां कमजोरियां की सी, ये तो सीगे ना चंगे पॉइंट्स। नंबर 1, केंद्र नूं बड़ा कमजोर रखा गया, सिर्फ 3 चीज़ां दित्तियां, डिफेंस, एक्सटर्नल अफेयर एंड कम्युनिकेशन, टैक्सिज, रेवन्यूज़, वो सारिया चीज़ों के उत्ते कोई गल नहीं स्पष्ट की गई। तो मजबूती के नाल अगर केंद्र नहीं होएगा तो मुल्क चल ही नहीं सकता, टुकड़े टुकड़े हो जाएगा। नंबर 2, सेकंड, सबस्टांस ऑफ पाकिस्तान वाज रियलाइज्ड, कहने मतलब जो तुसी मुस्लिम मेजोरिटी एरिया क्रिएट करता वो कदे भी वक्रे होने की गल करेगा और वो प्रॉब्लम खड़ी रहेगी। और खास तौर के उत्ते जिहड़ा पश्चिमी पाकिस्तान है, जिन्होंने तुसीं अजकल पाकिस्तान कहते हो, नॉर्थ वैस्ट फ्रंटियर, सिंध और पंजाब, उन्होंने तुसीं अलग ग्रुप बनाता, वो तो वखरा होने की स्थिति पैदा हो गई। तुसीं मान ही लिया भी उत्थे मुस्लिम्स का कंट्रोल होएगा, चाहे जिन्नी मर्जी पापूलेशन हिंदूज की होवे, सिखां की होवे, चाहे उन्हां विच्चों भी कोई मुसलमान उस अलग तौर के उत्ते रहन की वकालत करना भी चाहता है या नहीं करना चाहता, तुसीं लोकां नूं पुछिया ही नहीं। People's choice was not taken. Third, इंडियन स्टेट्स का राइट पूरी तरह नहीं मन्निया गया, जिहड़ियां रियासतां सी और जिहड़ी ग्रुपिंग भी की गई वो अनसाइंटिफिक सी, क्योंकि ये ग्रुपिंग की उन्हां इलाकियां दी जिहड़े इलाके अंग्रेज़ां दे अधीन है, उन्हां इलाकियां दी नहीं की गई जिहड़े इलाके रियासतां च ने। हुण मान लो कोई रियासत बेटा मुस्लिम डोमीनेटेड है तो उन्हें किधर जाना है, कोई हिंदू डोमीनेटेड है तो उन्हें कित्थे जाना है। नंबर 4, नैक्सट बेटा, नंबर 5, जिहड़ी कॉन्स्टिट्यूएंट असैंबली बनाई गई ਉਹਦੇ ਵਿੱਚ भी जिहड़ी रिप्रजेंटेशन है ਉਹਦੀ प्रपोर्शन की गलता की गई, लेकिन वो एक्चुअली ਉਹਦੀ रिप्रजेंटेशन उस तरीके दे नाल नहीं आई। और इस इंटरम गवर्नमेंट के कोले की राइट्स होणगे ਉਹਦੇ उत्ते भी जिहड़ा तुसीं कह लो भी बहुत ज़्यादा मिन्यूटली डिस्क्रिप्शनस नहीं आईयां, थोड़ियां वेग रह गई, इस करके ये समस्या भी खड़ी रही, जिहदे करके अल्टीमेटली पाकिस्तान की वंड हो सकी, हिंदुस्तान के टुकड़े हो। अगर ये चीज़ां इस दे विच तय कर दित्तियां जांदियां तो हो सकता है कि होर इस तो बेहतर मैकेनिज्म कढ़िया जांदा तो शायद हिंदुस्तान ते पाकिस्तान की वंड नूं रोकिया जा सकता हो सकता। सो ये बेटा एक कैबिनेट मिशन प्लान साडे कोले सामने आंदा, ठीक है।